ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸ਼ਬਦ ਅਵਤਾਰ ਸ਼ਾਂਤੀ ਦੇ ਪੁੰਜ ਅੰਮ੍ਰਿਤ ਦੇ ਸੋਮੇ ਗਿਆਨ ਦੇ ਮਹਾਨ ਸਾਗਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜੀ ਸਰਬੱਤ ਸੰਗਤ ਮਾਲਕ ਆਓ ਸਾਰੇ ਰਲ ਮਿਲ ਕੇ ਰੋਜ਼ਾਨਾ ਦੀ ਤਰ੍ਹਾਂ ਗੁਰਬਾਣੀ ਦੀ ਅੰਮ੍ਰਿਤ ਵਿਚਾਰ ਸਾਂਝੀ ਕਰਨ ਦੀ ਕੋਸ਼ਿਸ਼ ਕਰੀਏ। ਗੁਰਬਾਣੀ ਦੀ ਪਾਕ ਪਵਿੱਤਰ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਆਓ ਸਾਰੇ ਇੱਕ ਵਾਰੀ ਇਕਾਗਰ ਚਿੱਤ ਹੋ ਕੇ ਆਖੀਏ ਸਤਿਨਾਮ। ਵਿਚਾਰ ਲਈ ਬਾਣੀ ਦਾ ਮੂਲ ਪਾਠ ਇਸ ਪ੍ਰਕਾਰ ਹੈ। ਵਾਹਿਗੁਰੂ ਜੀ ਬਿਲਾਵਲ ਮਹਲਾ ਤੀਜਾ। ਆਦਿ ਪੁਰਖ ਆਪੇ ਸ੍ਰਿਸ਼ਟ ਸਾਜੇ, ਜੀ ਜੰਤ ਮਾਇਆ ਮੋਹਿ ਪਾਜੇ। ਆਦਿ ਪੁਰਖ ਆਪੇ ਸ੍ਰਿਸ਼ਟ ਸਾਜੇ, ਜੀ ਜੰਤ ਮਾਇਆ ਮੋਹ ਪਾਜੇ। ਦੂਜੇ ਪਾਏ ਪਰਪੰਚ ਲਾਗੇ, ਆਮਹਿ ਜਾਮਹਿ ਮਰਹਿ ਅਭਾਗੇ। ਸਤਿਗੁਰ ਭੇਟਿਆ ਸੋਝੀ ਪਾਏ, ਪਰਪੰਚ ਚੁਕੈ ਸੱਚ ਸਮਾਏ। ਜਾ ਕੈ ਮਸਤਕ ਲਿਖਿਆ ਲੇਖ, ਤਾ ਕੈ ਮਨ ਵਸਿਆ ਪ੍ਰਭ ਏਕ। ਰਹਾਉ ਸ੍ਰਿਸ਼ਟ ਉਪਾਏ ਆਪੇ ਸਭ ਵੇਖੈ, ਕੋਈ ਨ ਮੇਟੈ ਤੇਰਾ ਲਿਖੈ। ਸਿੱਧ ਸਾਧਕ ਜੇ ਕੋ ਕਹੈ ਕਹਾਏ, ਭਰਮੇ ਭੂਲਾ ਆਵੈ ਜਾਏ। ਸਤਿਗੁਰ ਸੇਵੈ ਸੋ ਜਨ ਬੂਝੈ, ਹਉਮੈ ਮਾਰੇ ਤਾਂ ਦਰ ਸੂਝੈ। ਏਕਸ ਤੇ ਸਭ ਦੂਜਾ ਹੁਆ, ਏਕੋ ਵਰਤੈ ਅਵਰ ਨਾ ਦੀਆ। ਦੂਜੇ ਤੇ ਜੇ ਏਕੋ ਜਾਣੈ, ਗੁਰ ਕੈ ਸ਼ਬਦ ਹਰ ਦਰ ਨਿਸਾਣੈ। ਸਤਿਗੁਰ ਭੇਟੇ ਤਾਂ ਏਕੋ ਪਾਏ, ਵਿਚੋਂ ਦੂਜਾ ਠਾਕ ਰਹਾਏ। ਸਤਿਗੁਰ ਭੇਟੇ ਤਾਂ ਏਕੋ ਪਾਏ, ਵਿਚੋਂ ਦੂਜਾ ਠਾਕ ਰਹਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਰਮ ਸਨਮਾਨਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਬਿਰਾਜਮਾਨ ਸੁਸ਼ੋਭਿਤ ਸੁਭਾਇਮਾਨ ਸਤਿਕਾਰਯੋਗ ਸਰਬੱਤ ਸੰਗਤ ਮਾਈ ਭਾਈ। ਇਹ ਪਾਵਨ ਪਵਿੱਤਰ ਬਾਣੀ ਜੋ ਹੁਣੇ ਹੀ ਪੜ੍ਹੀ ਗਈ ਹੈ, ਤੇ ਆਪ ਸਾਰਿਆਂ ਨੇ ਬਹੁਤ ਹੀ ਧਿਆਨ ਨਾਲ ਇਕਾਗਰਚਿਤ ਹੋ ਕੇ ਇਸ ਬਾਣੀ ਨੂੰ ਸਰਵਣ ਕੀਤਾ ਹੈ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਆਪ ਜੀ ਨੇ ਬਾਣੀ ਨੂੰ ਸੁਣਿਆ ਹੈ ਧਿਆਨ ਨਾਲ।
ਬਿਲਾਵਲ ਮਹੱਲਾ ਤੀਜਾ। ਬਿਲਾਵਲ ਰਾਗ ਦੇ ਵਿੱਚ ਇਹ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਅੰਗ 842 842 ਦੇ ਉੱਪਰ ਇਹ ਜਿਹੜੀ ਬਾਣੀ ਹੈ ਪ੍ਰਕਾਸ਼ਮਾਨ ਹੈ, ਸੁਸ਼ੋਭਿਤ ਹੈ, ਸੁਭਾਇਮਾਨ। ਅੱਜ ਦੀ ਇਸ ਬਾਣੀ ਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਕੀ ਉਪਦੇਸ਼ ਦੇ ਰਹੇ ਹਨ, ਸਾਨੂੰ ਕੀ ਸਮਝਾ ਰਹੇ ਹਨ। ਆਓ ਪਿਆਰ ਅਤੇ ਸਤਿਕਾਰ ਦੇ ਨਾਲ ਵਿਚਾਰ ਸਾਂਝੇ ਕਰੀਏ। ਸਭ ਤੋਂ ਪਹਿਲਾਂ ਆਪਾਂ ਇਸ ਸ਼ਬਦ ਦਾ ਜਿਹੜਾ ਰਹਾਉ ਹੈ, ਰਹਾਉ ਵਾਲੀ ਪੰਕਤੀ, ਉਸ ਨੂੰ ਛੂਹਦੇ ਹਾਂ ਤਾਂ ਜੋ ਅੱਗੇ ਗੱਲ ਸ਼ੁਰੂ ਹੋ ਸਕੇ ਤੇ ਸਾਨੂੰ ਸ਼ਬਦ ਦੀ ਵਿਚਾਰਧਾਰਾ ਅਤੇ ਕੇਂਦਰੀ ਭਾਵ ਸਬਜੈਕਟ ਬਾਰੇ ਜਾਣਕਾਰੀ ਮਿਲ ਸਕੇ। ਰਹਾਉ ਦੀ ਪੰਕਤੀ ਵਿੱਚ ਸਤਿਗੁਰੂ ਜੀ ਨੇ ਫਰਮਾਇਆ ਹੈ, ਜਾ ਕੇ ਮਸਤਕ ਲਿਖਿਆ ਲੇਖ, ਤਾਕੇ ਮਨ ਬਸਿਆ ਪ੍ਰਵੇਸ਼। ਜਾ ਕੇ ਮਸਤਕ ਲਿਖਿਆ ਲੇਖ, ਭਾਈ ਜੀ ਦੇ ਮਸਤਕ ਦੇ ਵਿੱਚ, ਮੱਥੇ ਦੇ ਉੱਤੇ ਪਰਮਾਤਮਾ ਨੇ ਚੰਗਾ ਲੇਖ ਲਿਖਿਆ ਹੋਇਆ। ਚੰਗਾ ਲੇਖ, ਇਸੋਂ ਇਹ ਗੱਲ ਸਿੱਧ ਹੋਈ ਕਿ ਸਾਡੇ ਮੱਥੇ ਦੇ ਉੱਪਰ ਲੇਖ ਲਿਖਿਆ ਹੋਇਆ ਹੈ ਕੋਈ ਪਰਮਾਤਮਾ। ਤੇ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਮੇਰੇ ਤਾਂ ਮਾੜੇ ਲੇਖ ਲਿਖੇ ਹੋਏ ਆ, ਮੇਰੇ ਭਾਗ ਚੰਗੇ ਨਹੀਂ, ਮੇਰੀ ਕਿਸਮਤ ਚੰਗੀ ਨਹੀਂ। ਪਰਮਾਤਮਾ ਨੇ ਮਸਤਕ ਦੇ ਉੱਪਰ ਲੇਖ ਲਿਖੇ ਹੋਏ ਹਨ। ਇਹਨੂੰ ਆਪਾਂ ਅਜੋਕੀ ਭਾਸ਼ਾ ਵਿੱਚ ਕਿਵੇਂ ਲਈਏ? ਇਹਨੂੰ ਅਸੀਂ ਇਉਂ ਕਹਿ ਸਕਦੇ ਹਾਂ ਕਿ ਪਰਮਾਤਮਾ ਨੇ ਇਹ ਸਾਡੀ ਮਨੁੱਖਾ ਟਰਮ ਹੈ ਨਾ, ਜਿਹੜੀ ਮਨੁੱਖਾ ਟਰਮ, ਇਸ ਦੀ ਐਕਸ਼ਨ ਪਲਾਨ ਬਣਾ ਕੇ ਰੱਖੀ ਹੋਈ ਹੈ। ਐਕਸ਼ਨ ਪਲਾਨ, ਟਰਮ ਐਕਸ਼ਨ ਪਲਾਨ ਪਹਿਲਾਂ ਹੀ, ਕਿਉਂਕਿ ਜਿਹੜੀ ਐਕਸ਼ਨ ਪਲਾਨ ਹੁੰਦੀ ਹੈ ਉਹ ਪਹਿਲਾਂ ਹੀ ਤਿਆਰ ਕੀਤੀ ਜਾਂਦੀ ਹੈ। ਆਪਾਂ ਰੋਡ ਮੈਪ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਨ੍ਹਾਂ ਦੇ ਮਸਤਕ ਦੇ ਉੱਪਰ ਉਹਨਾਂ ਦੀ ਟਰਮ ਦੀ ਵਧੀਆ ਐਕਸ਼ਨ ਪਲਾਨ ਲਿਖੀ ਹੋਈ ਹੈ। ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਆ ਕੇ ਬਸ ਗਿਆ। ਉਹਨਾਂ ਦੇ ਹਿਰਦੇ ਦੇ ਵਿੱਚ, ਮਨ ਦੇ ਵਿੱਚ, ਦਿਲ ਦੇ ਵਿੱਚ, ਦਿਲੋਂ ਦਿਮਾਗ ਦੇ ਵਿੱਚ ਪਰਮਾਤਮਾ ਆ ਕੇ ਬਸ ਗਿਆ। ਬਾਣੀ ਵਿੱਚ ਇਸ ਤਰ੍ਹਾਂ ਦੀਆਂ ਪੰਕਤੀਆਂ ਬਹੁਤ ਹਨ। ਹੱਥ ਕਲਮ ਮਸਤਕ ਲਿਖਾਵਤੀ, ਹੱਥ ਦੇ ਵਿੱਚ ਕਲਮ ਪਕੜੀ ਹੋਈ ਹੈ ਤੇ ਮੱਥੇ ਤੇ ਲਿਖ ਰਹੇ।
एक थां ते लिखिया है, कहते लिखियो लेख माथं चलियो लोह कलमं। लोहे वर्गी पक्की कलम जिहड़ी है ना मत्थे ते लिखी गई, ਇੰਨੀ ਗੂੜੀ ਅਤੇ ਇੰਨੀ ਪੱਕੇ ਲੇਖ ਲਿਖੇ ਹੋਏ ਹਨ ਕਿ ਇਹਨਾਂ ਲੇਖਾਂ ਨੂੰ ਕੋਈ ਮੇਟ ਨਹੀਂ ਸਕਦਾ। ਗੁਰੂ ਅਤੇ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਮਿਲ ਸਕਦਾ। ਇੱਕ ਸਾਖੀ ਅਸੀਂ ਬਹੁਤ ਵਾਰੀ ਪੜ੍ਹਦੇ ਹੁੰਦੇ ਹਾਂ ਤੇ ਸਾਨੂੰ ਸਾਰਿਆਂ ਨੂੰ ਉਹਦੇ ਬਾਰੇ ਜਾਣਕਾਰੀ, ਤੂਕ ਮਾਤਰ ਆਪਾਂ ਉਹਦੀ ਗੱਲ ਕਰਦੇ ਹਾਂ। ਬਈ ਚੱਬੇ ਦੇ ਰਹਿਣ ਵਾਲੀ ਨਾ ਇੱਕ ਬੀਬੀ ਪਰਿਵਾਰ ਗੁਰਮੁਖ ਜੋੜਾ, ਜਿਨ੍ਹਾਂ ਦੇ ਮੱਥੇ ਦੇ ਉੱਪਰ ਲੇਖ ਨਹੀਂ ਸੀ ਲਿਖੇ ਹੋਏ ਕਿ ਇਹਨਾਂ ਦੇ ਔਲਾਦ ਹੋਏਗੀ, ਔਲਾਦ ਹੀ ਨਹੀਂ ਹੋਈ। ਫਿਰ ਆਪਾਂ ਨੇ ਇਹ ਵੀ ਸਾਖੀ ਪੜ੍ਹੀ ਹੈ ਕਿ ਜਦੋਂ ਉਹ ਗੁਰੂ ਜੀ ਕੋਲ ਗਏ ਤਾਂ ਉਹਨਾਂ ਦੇ ਮਸਤਕ ਦੇ ਵਿੱਚ ਔਲਾਦ ਦਿੱਤੀ। ਕਈ ਵਾਰੀ ਜਿਸ ਤਰ੍ਹਾਂ ਆਪਾਂ ਕਹਿੰਦੇ ਬਈ ਉਹਨਾਂ ਨੂੰ ਤਾਂ PGI ਵਾਲਿਆਂ ਨੇ ਵੀ ਜਵਾਬ ਦੇ ਦਿੱਤਾ ਸੀ, ਬੱਤੀ ਵਾਲਿਆਂ ਨੇ ਵੀ ਜਵਾਬ ਦਿੱਤਾ ਸੀ, ਫਿਰ ਪਤਾ ਨਹੀਂ ਕੀ ਕਰਾਮਾਤ ਹੋਈ, ਆਪੇ ਹੀ ਕੰਮ ਠੀਕ ਹੋ ਗਿਆ, ਆਪੇ ਹੀ ਰਾਜੀ ਹੋ ਗਿਆ ਬੰਦਾ। ਸਾਰਿਆਂ ਨੇ ਜਵਾਬ ਦਿੱਤਾ ਹੋਇਆ ਸੀ, ਪਰ ਇਹੋ ਜਿਹੀ ਕਰਾਮਾਤ ਵਰਤ ਗਈ, ਆਪੇ ਹੀ ਠੀਕ ਹੋ ਗਿਆ। ਤਾਂ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ, ਜਾ ਕੇ ਮਸਤਕ ਲਿਖਿਆ ਲੇਖ, ਤਾਂ ਕੇ ਮਨ ਵਸਿਆ ਪ੍ਰਭ ਏਕ। ਭਾਈ ਜਿਨ੍ਹਾਂ ਦੇ ਮਸਤਕ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੇ ਸ੍ਰੇਸ਼ਟ ਲੇਖ ਲਿਖਿਆ ਹੋਇਆ ਹੈ ਨਾ, ਸ੍ਰੇਸ਼ਟ ਸਭ ਤੋਂ ਵਧੀਆ ਲੇਖ, ਸਭ ਤੋਂ ਵਧੀਆ ਕਿਸਮਤ, ਸਭ ਤੋਂ ਵਧੀਆ ਤਕਦੀਰ ਲਿਖੀ ਹੋਈ ਹੈ, ਉਹਨਾਂ ਦੇ ਮਨ ਦੇ ਵਿੱਚ ਪਰਮਾਤਮਾ ਆ ਕੇ ਬਸਦਾ। ਪਰਮਾਤਮਾ ਰੱਬ ਤੋਂ ਉੱਪਰ ਤਾਂ ਕੋਈ ਚੀਜ਼ ਨਹੀਂ। ਦੁਨਿਆਵੀ ਚੀਜ਼ਾਂ ਤਾਂ ਬਥੇਰੀਆਂ ਹੁੰਦੀਆਂ ਹਨ, ਬਈ ਕੋਠੀ ਲੇਖਾਂ ਵਿੱਚ ਲਿਖ ਦਿੱਤੀ, ਮਕਾਨ ਲੇਖਾਂ ਵਿੱਚ ਲਿਖ ਦਿੱਤਾ, ਜਾਂ ਜਾਇਦਾਦ ਲੇਖਾਂ ਵਿੱਚ ਲਿਖ ਦਿੱਤੀ, ਜਾਂ ਮੋਬਾਈਲ ਲੇਖਾਂ ਵਿੱਚ ਲਿਖ ਦਿੱਤਾ, ਜਾਂ ਪੁੱਤਰ ਲੇਖਾਂ ਵਿੱਚ ਲਿਖ ਦਿੱਤਾ। ਇਹੋ ਜਿਹੀਆਂ ਇਹ ਤਾਂ ਛੋਟੀਆਂ ਛੋਟੀਆਂ ਦੁਨਿਆਵੀ ਡਿਮਾਂਡਾਂ ਹਨ ਜਿਹੜੀਆਂ ਚਲੋ ਲਿਖ ਦਿੱਤੀਆਂ, ਪਰ ਇਹੋ ਜਿਹਾ ਲੇਖ ਲਿਖਿਆ ਕਿ ਪਰਮਾਤਮਾ ਹੀ ਉਹਨਾਂ ਲੇਖਾਂ ਦੇ ਅਧੀਨ ਸੇਵਕ ਦੇ ਮਨ ਵਿੱਚ ਆ ਕੇ ਬਸ ਗਿਆ। ਪਰਮਾਤਮਾ ਇੰਨੇ ਵੱਡੇ ਭਾਗ ਚੰਗੇ, ਇੰਨੀ ਵਧੀਆ ਤਕਦੀਰ ਪਰਮਾਤਮਾ ਨੇ, ਸਤਿਗੁਰੂ ਜੀ ਨੇ ਲਿਖੀ ਕਿ ਪਰਮਾਤਮਾ ਹੀ ਹਿਰਦੇ ਵਿੱਚ ਆ ਕੇ ਮੱਕਿਓਂ ਪਰੇ ਉਜਾੜ। ਇਸ ਤੋਂ ਅੱਗੇ ਨਾ ਬਸ ਉਜਾੜ ਹੀ ਹੈ, ਇਸ ਤੋਂ ਅੱਗੇ ਤਾਂ ਇਤੀ ਹੈ, ਇਹ ਹੱਦ ਹੈ ਬਸ ਵਧੀਆ ਤਕਦੀਰ ਦੀ, ਕਿ ਪਰਮਾਤਮਾ ਹੀ ਆ ਕੇ ਹਿਰਦੇ ਵਿੱਚ ਬਸ ਗਿਆ। ਕਿਹੜਾ ਪਰਮਾਤਮਾ? ਆਦਿ ਪੁਰਖ ਆਪੇ ਸ੍ਰਿਸ਼ਟ ਸਾਜੈ। ਜਿਹੜਾ ਆਦਿ ਪੁਰਖ ਹੈ, ਸਭ ਤੋਂ ਪਹਿਲਾ ਪੁਰਖ, ਅਕਾਲ ਪੁਰਖ, ਜਿਸ ਤੋਂ ਪਹਿਲਾਂ ਕੋਈ ਪੁਰਖ ਹੈ ਹੀ ਨਹੀਂ ਸੀ, ਉਹ ਅਕਾਲ ਪੁਰਖ, ਆਦਿ ਪੁਰਖ, ਉਸਨੇ ਆਪੇ ਹੀ ਇਹ ਸਾਰੀ ਸ੍ਰਿਸ਼ਟੀ ਸਾਜੀ ਹੋਈ ਹੈ। ਉਹ ਆ ਕੇ ਬਸਿਆ ਮਨ ਵਿੱਚ। ਜਿਸ ਆਦਿ ਪੁਰਖ, ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੋਈ ਹੈ, ਸਾਜੀ ਹੋਈ ਹੈ, ਉਸੇ ਨੇ ਹੀ ਇਹ ਸਾਰੇ ਜੀਵ ਜੰਤੂ, ਭਾਵੇਂ ਸੂਖਮ ਹਨ ਭਾਵੇਂ ਸਥੂਲ ਹਨ। ਸੂਖਮ ਉਹ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਅੱਖਾਂ ਨਾਲ ਨਹੀਂ ਦੇਖ ਸਕਦੇ, ਜਿਵੇਂ ਅਸੀਂ ਕਹਿ ਦਿੰਦੇ ਹਾਂ ਕਰੋਨਾ ਵਾਇਰਸ ਹੈ, ਪੋਲੀਓ ਵਾਇਰਸ ਹੈ,
ਅਸੀਂ ਅੱਖਾਂ ਨਾਲ ਨਹੀਂ ਦੇਖ ਸਕਦੇ, ਪਰ ਜੀਵ ਹਨ, ਜੰਤੂ ਹਨ, ਉਹ ਵੀ ਜਿਉਂਦੇ ਹਨ, ਉਹ ਵੀ ਜਾਗਦੇ ਹਨ। ਇਹੋ ਜਿਹੇ ਜਿਹੜੇ ਵਾਇਰਸ ਹਨ ਜਿਨ੍ਹਾਂ ਨੂੰ ਅਸੀਂ ਅੱਖਾਂ ਨਾਲ ਨਹੀਂ ਦੇਖ ਸਕਦੇ, ਭਾਵੇਂ ਉਹ ਕਿਸੇ ਵੀ ਪ੍ਰਕਾਰ ਦੇ ਹਨ, ਉਹਨਾਂ ਨੂੰ ਵੀ, ਤੇ ਜਿਹੜੇ ਵੱਡੇ ਵੱਡੇ ਹਾਥੀ ਜਿਹੜੇ ਜਿਹੜੇ ਜੰਤੂ ਹਨ ਉਹਨਾਂ ਨੂੰ ਵੀ ਪਰਮਾਤਮਾ ਨੇ ਸਾਰਿਆਂ ਨੂੰ ਪੈਦਾ ਕਰਕੇ ਨਾ ਮਾਇਆ ਦੇ ਅਤੇ ਮੋਹ ਦੇ ਚੱਕਰ ਵਿੱਚ ਪਾਇਆ। ਸਾਰੇ ਚੱਕਰ ਵਿੱਚ ਫਸੇ ਹੋਏ ਹਨ। ਮਾਇਆ ਅਤੇ ਮੋਹ ਵਿੱਚ ਸਾਰੇ ਹੀ ਚੱਕਰ ਵਿੱਚ ਹਨ। ਦੂਜੇ ਭਾਏ ਪਰਪੰਚ ਲਾਗੇ, ਰੱਬ ਨੂੰ ਛੱਡ ਕੇ ਨਾ ਦਵੰਦਬਾਦ ਵਿੱਚ ਪੈ ਕੇ ਦੂਜੇ ਲੱਗ ਕੇ ਪਰਪੰਚ ਵਿੱਚ ਲੱਗੇ ਹੋਏ ਨੇ। ਪਰਪੰਚ ਵਿੱਚ ਛਾਲ ਰੂਪੀ ਸੰਸਾਰ ਵਿੱਚ, ਛਾਲ ਰੂਪੀ ਸੰਸਾਰ ਦੇ ਵਿੱਚ ਲੀਨ ਹਨ, ਉਧਰ ਹੀ ਰੁਜਤ ਹਨ, ਪ੍ਰਮਾਤਮਾ ਦਾ ਗਿਆਨ ਹੀ ਨਹੀਂ। ਫਲ ਇਹ ਹੋਇਆ ਕਿ ਜਿਹੜੇ ਦੂਜੇ ਲੱਗੇ ਹੋਏ ਹਨ ਰੱਬ ਨੂੰ ਛੱਡ ਕੇ, ਪ੍ਰਮਾਤਮਾ ਦੀ ਇਬਾਦਤ ਨੂੰ ਛੱਡ ਕੇ ਸੰਸਾਰਕ ਖੇਤਰ ਦੇ ਵਿੱਚ ਰੁਚਿਤ ਹਨ, ਪਰਪੰਚ ਦੇ ਵਿੱਚ ਲੱਗੇ ਹੋਏ ਹਨ, ਉਹ ਫਿਰ ਆਵੇਂ ਜਾਵੇਂ ਮਰੇ ਅਭਾਗੇ ਆਉਂਦੇ ਹਨ, ਜਾਂਦੇ ਹਨ, ਮਰਦੇ ਹਨ, ਬਦਕਿਸਮਤ ਹਨ। ਜੰਮਦੇ ਹਨ, ਮਰਦੇ ਹਨ, ਅਭਾਗੇ ਹਨ। ਆਈ ਜਾਂਦੇ ਹਨ, ਜਾਈ ਜਾਂਦੇ ਹਨ, ਜੰਮੀ ਜਾਂਦੇ ਹਨ, ਮਰੀ ਜਾਂਦੇ ਹਨ। ਬਸ ਇਹ ਜਿਹੜਾ ਚੱਕਰ ਹੈ ਇਹ ਨਿਰੰਤਰ ਸਿਲਸਿਲਾ ਬਣਿਆ ਰਹਿੰਦਾ। ਸਤਿਗੁਰ ਭੇਟਿਆ ਸੋਝੀ ਪਾਏ। ਭਾਈ ਜੇ ਸਤਿਗੁਰੂ ਜੀ ਨੂੰ ਮਿਲਿਆ ਜਾਵੇ ਨਾ, ਬਾਣੀ ਨਾਲ ਜੁੜਿਆ ਜਾਵੇ, ਬਾਣੀ ਨੂੰ ਪੜ੍ਹਿਆ ਜਾਵੇ, ਬਾਣੀ ਨੂੰ ਵਿਚਾਰਿਆ ਜਾਵੇ, ਬਾਣੀ ਤੇ ਅਮਲ ਕੀਤਾ ਜਾਵੇ, ਤਾਂ ਕੁਝ ਸੋਝੀ ਹੋ ਸਕਦੀ ਹੈ, ਤਾਂ ਕੁਝ ਗਿਆਨ ਹੋ ਸਕਦਾ। ਕਿਉਂਕਿ ਗੁਰਬਾਣੀ ਜਿਹੜੀ ਹੈ ਨਾ, ਗਿਆਨ ਦਾ ਸਰੋਵਰ ਹੈ, ਗਿਆਨ ਦਾ ਸਮੁੰਦਰ ਹੈ, ਗੁਣਾਂ ਦਾ ਨਿਧਾਨ ਹੈ, ਗੁਣਾਂ ਦਾ ਸਾਗਰ ਹੈ। ਗਿਆਨ ਹੋ ਸਕਦਾ। ਜਿਹੜੀਆਂ ਗੱਲਾਂ ਅਸੀਂ ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਇਹਦੇ ਬਾਰੇ ਸਾਨੂੰ ਬਿਲਕੁਲ ਵੀ ਕੋਈ ਗਿਆਨ ਨਹੀਂ ਸੀ। ਸਾਨੂੰ ਨਹੀਂ ਸੀ ਗਿਆਨ ਬਿਲਕੁਲ। ਉਹ ਤਾਂ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਿਆ ਤਾਂ ਇਹਦੇ ਬਾਰੇ ਸਾਨੂੰ ਕੁਝ ਪਤਾ ਲੱਗਿਆ, ਬਈ ਇਸ ਤਰ੍ਹਾਂ ਦੀਆਂ ਵੀ ਗੱਲਾਂ ਹੁੰਦੀਆਂ ਹਨ ਭਲਾ। ਤੇ ਜਦੋਂ ਗੁਰੂ ਦੇ ਰਾਹੀਂ ਗਿਆਨ ਹੁੰਦਾ ਹੈ, ਸੋਝੀ ਆਉਂਦੀ ਹੈ, ਫਿਰ ਮਨੁੱਖ ਜਿਹੜਾ ਹੈ ਨਾ ਪਰਪੰਚ ਚੁੱਕੇ ਸਾਚ ਸਮਾਏ। ਫਿਰ ਪਰਪੰਚ ਜਿਹੜਾ ਹੈ ਨਾ ਉਹ ਖਤਮ ਹੁੰਦਾ ਹੈ ਤੇ ਮਨੁੱਖ ਸੱਚ ਵਿੱਚ ਸਮਾਉਂਦਾ। ਛਲ ਵਿੱਚੋਂ ਨਿਕਲ ਕੇ ਬ੍ਰਹਮ ਦੇ ਵਿੱਚ ਲੀਨ ਹੁੰਦਾ। ਸੰਸਾਰਕ ਮੰਡਲ ਵਿੱਚੋਂ ਨਿਕਲ ਕੇ ਨਿਰੰਕਾਰਕ ਮੰਡਲ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਫਿਰ ਸੱਚਖੰਡ ਵਿੱਚ ਪ੍ਰਵੇਸ਼ ਕਰਦਾ ਹੈ। ਸ੍ਰਿਸ਼ਟ ਉਪਾਏ ਆਪੇ ਸਭ ਵੇਖੈ। ਪ੍ਰਭੂ ਜੀ ਆਪ ਹੀ ਸ੍ਰਿਸ਼ਟੀ ਨੂੰ ਉਪਾਏ ਕੇ ਨਾ ਪੈਦਾ ਕਰਕੇ ਆਪ ਹੀ ਸਭ ਕੁਝ ਦੇਖ ਰਿਹਾ ਹੈ। ਕੇਵਲ ਦੇਖ ਹੀ ਨਹੀਂ ਰਿਹਾ, ਦੇਖਣ ਨੂੰ ਤਾਂ ਅਸੀਂ ਵੀ ਦੇਖੀ ਜਾਂਦੇ ਹਾਂ,
पालन पोषण भी कर रहा है, सांभ संभाल भी कर रहा है, देख रेख भी कर रहा है, निगरानी भी कर रहा है, ते सुरक्षा प्रदान भी कर रहा है। सब कुछ कर रहा है। संपूर्ण तौर ते अपनी सृष्टि की देखभाल ते सांभ संभाल विच है। सांभ संभाल एनी सांभ संभाल के बाल ना विंगा होए। अपने सेवक का ना बाल भी विंगा नहीं, बाल एक लत्त है, एक बांह है, ये तो बड़िया चीज़ां हैं ना। बई किसी की बांह मरोड़ दी, किसी की लत्त तोड़ दी, किसी का सिर फोड़ दिता। बाल तो एक छोटी जी चीज होंगी है, और गुरु के सेवक का बाल भी बंका नहीं होया, बाल भी विंगा नहीं होने दिता। माड़ी जही भी तकलीफ नहीं होने दी, माड़ा जिहा भी नुकसान नहीं होने दिता। बाल जिन्ना भी एनी संभाल ते एनी सुरक्षा, तुझ बिन कौन करे। हे प्रभु जी, तेरे तो बिना होर कौन कर सकता है इस तरह। तुझ बिन कौन करे, कोई नहीं कर सकता। कोई ना मिटे तेरा लेख है। जेड़ा हे प्रभु जी तू लेख लिखिया होया है ना सारियां दे मस्तक दे उपर, उस लेख नूं कोई मेट नहीं सकता। ना इहो जिही कोई फ्लूट बनी है, तो ना इहो जिही कोई कैमिकल चीज बनी हुई है जिस दे नाल बंदा अपने मस्तक दे उपर लिखे हुए लेखां नूं मेट दे। कोई मेट नहीं करता। लिख दिता सो लिख दिता बस। ते नाले रब दे लिखे हुए नूं कौन मिटे। लिखे मूसा ते पढ़े खुदा। इस्लाम का एक अखान है पंजाबी का, कहते लिखे मूसा ते पढ़े खुदा। भाई जेड़ा गुरु जी ने लेख लिख दिता ना, उसनों रब ही पढ़ सकता है, ते रब दे लिखे हुए नूं गुरु पढ़ सकता है, और कोई पढ़ ही नहीं सकता। जां गुरु मेट सकता है, जां फिर परमात्मा खुद मेट सकता है, और तीजा बंदा कोई नहीं मेट सकता। कोई ना मेटा तेरे लेखे। उंज सिद्ध साधक जे को कहे कहाए। जे कोई सिद्ध जां साधक अपने आप को बड़ा कहाए ते कहे कि मैं बहुत बड़ा ब्रह्म ज्ञानी महापुरख बाबा हाँ, 1008 महापुरख हाँ, आप भी कह रहा है, आप भी लिख रहा है अपने नाम दे मोहरे, ते होरां तो भी लिखा रहा है। सतगुरु जी कह रहे हैं कि इहो जिहा बेवकूफ बंदा दुनिया में कोई भी नहीं है। भरम विच भुलिया हुआ, भुलेखे विच है, अपने आप को बड़ा महापुरुष समझ रहा है। भाई तो रब तो भी बड़ा हो गया।
कित्थे राजा भोज ते कित्थे गंगू तेली। रब दा शरीक बन रहा है बई ये बड़े महापुरख हैं, ये छोटे महापुरख हैं। बड़े महापुरखों की बरसी कराई है असीं। किन्नियां गलत गल्लां साडे सिख पंथ दे विच प्रचलित हो गईयां। असीं सुणदे हां कन्नां दे नाल, कहंदे फलाणी थां ते बड़े महापुरखों की बरसी मनाई। कौन बड़ा? माया वडियाई। सो बड़ा जिस राम लिखा। साहिब जी ने फरमाया सिद्ध साधक जे को कहे कहाए पर में भुला आवे जाए। कहंदे इहो जिहे मनुख जिहड़े हैं ना अपने आप नूं वड्डा पाउंदे हन ते कहंदे हन वो भरम दे विच भुले होए हन। वो फिर आउंदे हन जांदे हन, आउंदे हन जांदे हन। लोकां दा कल्याण की करना है, वो आप ही चक्कर विच फसे होए हैं। हाँ, जे सतगुर सेवै सो जन बुझे। भाई जेड़े बंदे सतगुरु जी नूं सेवदे हन ना, शब्द नाल जुड़े हुए हैं, वो इस गल नूं समझ लेंदे हैं। वो इस नुकते नूं समझ लेंदे हैं। फिर वो अपने अंदरों हौमे नूं मार के निम्रता भूती हो के निम्र भाव हो के गुरु की कृपा के नाल अकाल पुरख वाहिगुरू जी के दर दा उन्हां नूं ज्ञान हो जाता है, सोची हो जाती है सचखंड की। सचखंड की सोची हो जाती। जिस सचखंड दे विच निरंकार दा वासा है, एक परमात्मा दा वासा है, एक ओंकार दा वासा, एक रब दा वासा है। अगे साहिब जी ने फरमाया, कहंदे वो जिहड़ा एक है ना, एक ओंकार अव्वल अल्लाह, एकस ते सब दूजा हुआ। उस एक तो ही सारा कुछ बनया हुआ है। उस एक तो उस एक तो ही सब कुछ बनया हुआ है। असीं रोज तो पढ़ते हैं नानक ब्रह्म पसारो। ये तो ब्रह्म का पसारा है, एक ब्रह्म का पसारा है, एक ओंकार का पसारा है, एक अव्वल अल्लाह का पसारा है। ये तो परमात्मा का पसारा है, वो इको है, उसका ही सारा पसारा। वो जिहड़ा एक है, वो एक परमात्मा ही हर पासे वरत रहा है। वो ही वरत रहा है सारे विच। सबे घट राम बोले, घट घट में हर जू बसे। सारे विच हुई है। जल थल महियल पूरिया रविया विच बना। जलों विच भी, थलों विच भी, आकाश विच भी, पुलाड़ विच भी, जंगलों विच भी, वनां विच भी, दरियावां विच भी, सारे विच ही रमिया होया। होर कोई है ही नहीं। अवर न बिया, अवर न बिया तो पाप दूजा कोई नहीं है, होर कोई नहीं है, इको ही है। हे भाई, दूजे ते जे एको जाने,
ਜੇ ਕੋਈ ਮਨੁੱਖ ਦਵੰਦਬਾਦ ਵਿੱਚੋਂ ਨਿਕਲ ਕੇ, ਦੂਜੇ ਵਿੱਚੋਂ ਨਿਕਲ ਕੇ, ਸੰਸਾਰ ਵਿੱਚੋਂ ਨਿਕਲ ਕੇ ਬ੍ਰਹਮ ਨੂੰ ਜਾਣ ਜਾਏ, ਜੇ ਕੋਈ ਮਨੁੱਖ ਇਸ ਖਲ ਜਗਣ ਵਿੱਚੋਂ ਨਿਕਲ ਕੇ ਇੱਕ ਪਰਮਾਤਮਾ ਨੂੰ ਜਾਣ ਜਾਏ, ਗੁਰ ਕੈ ਸ਼ਬਦ ਹਰ ਦਰ ਨਿਸ਼ਾਨ, ਫਿਰ ਉਹ ਗੁਰੂ ਦੇ ਸ਼ਬਦ ਦੇ ਰਾਹੀਂ, ਗੁਰੂ ਦੇ ਗਿਆਨ ਦੇ ਰਾਹੀਂ, ਗੁਰੂ ਦੇ ਉਪਦੇਸ਼ ਦੇ ਰਾਹੀਂ ਪਰਮਾਤਮਾ ਦੇ ਦਰ ਦਾ ਜਿਹੜਾ ਆਇਡੈਂਟੀ ਕਾਰਡ ਹੈ ਨਾ, ਹਾਸਲ ਕਰ ਸਕਦਾ ਹੈ। ਨਿਸ਼ਾਨ, ਪ੍ਰਮਾਣਾ, ਉਹ ਪ੍ਰਮਾਣਾ ਹਾਸਲ ਕਰ ਸਕਦਾ ਹੈ, ਉਹ ਨਿਸ਼ਾਨ ਹਾਸਲ ਕਰ ਸਕਦਾ ਹੈ। ਤੇ ਫਿਰ ਸਤਿਗੁਰੂ ਜੀ ਨੂੰ ਮਿਲ ਕੇ ਇੱਕ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਦਾ। ਵਿੱਚੋਂ ਦੂਜਾ ਠਾਕ ਰਹਾਏ, ਅੰਦਰ ਜਿਹੜਾ ਦੂਜਾ ਬੜਿਆ ਹੋਇਆ ਸੀ, ਦੁਆਇਸ ਭਾਵਨਾ ਬੜੀ ਹੋਈ ਸੀ, ਦਵੰਦਬਾਦ ਬਣਿਆ ਹੋਇਆ ਸੀ, ਦੋਗਲੀ ਨੀਤੀ ਬੜੀ ਹੋਈ ਸੀ, ਉਹ ਸਾਰੀ ਖਤਮ ਹੋ ਗਈ, ਰੋਕ ਗਈ, ਇੱਕ ਹੋ ਗਿਆ। ਇੱਕ ਨਾਲ ਮਿਲ ਕੇ ਇੱਕ ਹੀ ਹੋ ਗਿਆ। जल का जल हुआ राम, ज्यों पानी संग पानी, एक ही हो गया। सतगुरु गुरु अमरदास जी महाराज जी ने फरमाया कि कहंदे भाई जिसदा साहिब डाढ़ा होए तिसनों मार ना सके होए, जिसदा साहिब डाढ़ा होए, डाढ़ा कहते शक्ति वाले, शक्तिशाली है, शक्तिमान है, पावरफुल है, समर्था, सर्वकला समर्थ है, उसनों कोई मार नहीं सकता। जिसका साहिब डाढ़ा, जिसका मालक बड़ा है, उसके नौकर नूं कौन मार सकता, उसके सेवक नूं कौन मार सकता, जिसका मालक बड़ा है, ताकतवर है। पर शर्त एक है कि सेवक जिहड़ा है ना, हमेशा ही अपने साहिब, अपने मालक की हजूरी विच रहे, अपनी साहिब की शरण विच रहे, सुरक्षा छतरी हेठ, शरण विच रहे। तां गल है साहिब की सेवक रहे सरनाई, आपे बख्शै दे बड़ियाई। फिर अकाल पुरख वाहिगुरू अपने सेवक की आपे ही बख्शिशां करता है, ते आप ही अपने सेवक की वडियाई करो। वडियाई एक तो अपने आप आपे ही अपने मूँह दे नाल मियाँ मिठू बनी जाना, बई मैं बहुत चंगा हूँ, मैं बहुत सेवा करता हूँ, मैं बहुत इस तरह हाँ, अपने आप ही अपनी वडियाई आपे करी जाना। गुरमुख वो हैं जिन्हों की वडियाई लोग करते हैं, लोग करते हैं। राजनीतिक बंदियां विच अते धार्मिक पुरुषों दे विच इहो ही अंतर है। जिहड़े राजनीतिक बंदे हुंदे हन ना, वो अपने मूँह नाल अपनी वडियाई करी जांदे सारा दिन, ये काम असीं कीता है, ये काम असीं कीता है,
ਇੱਥੇ ਅਸੀਂ ਪੁਲ ਲਵਾਇਆ ਹੈ, ਇੱਥੇ ਸੜਕਾਂ ਲਵਾਈਆਂ ਹਨ, ਇੱਥੇ ਅਸੀਂ ਫਲਾਣੀ ਚੀਜ਼ ਕੀਤੀ ਹੈ, ਇੱਥੇ ਅਸੀਂ ਉਹ ਕੰਮ ਕੀਤਾ ਹੈ, ਇੱਥੇ ਅਸੀਂ ਇਹ ਗਰੰਟੀ ਦਿੱਤੀ ਹੈ। ਬਸ ਆਪਣੇ ਹੀ ਗੁਣ ਗਾਏ ਜਾਣ। ਭਾਈ ਕੰਮ ਜਿਹੜੇ ਹਨ, ਕੰਮ ਤਾਂ ਆਪ ਹੀ ਬੋਲਦੇ ਹਨ, ਕਹਿਣ ਦੀ ਲੋੜ ਹੀ ਨਹੀਂ ਪੈਂਦੀ। ਕੰਮ ਬੋਲਦੇ ਹਨ ਕੀਤੇ ਹੋਏ। ਤੁਸੀਂ ਚੰਗੇ ਕੰਮ ਕਰੋ ਚਾਹੇ ਮਾੜੇ ਕੰਮ ਕਰੋ, ਤੁਹਾਡੇ ਕੰਮ ਬੋਲਣਗੇ ਆਪੇ ਹੀ, ਤੁਹਾਨੂੰ ਬੋਲਣ ਦੀ ਲੋੜ ਨਹੀਂ। ਚੋਰੀਆਂ ਕਰਨ ਲੱਗ ਜਾਓ, ਤੁਹਾਨੂੰ ਕਹਿਣ ਦੀ ਲੋੜ ਨਹੀਂ ਪਏਗੀ ਕਿ ਮੈਂ ਚੋਰ ਹਾਂ, ਸਾਰੇ ਪਿੰਡ ਵਾਲਿਆਂ ਨੂੰ ਪਤਾ ਲੱਗ ਜਾਏਗਾ ਇਹ ਚੋਰ ਹੈ। ਚੰਗੇ ਕੰਮ ਕਰਨ ਲੱਗ ਜਾਓ, ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਮੈਂ ਚੰਗੇ ਕੰਮ ਕਰ ਰਿਹਾ ਹਾਂ। ਲੋਕਾਂ ਨੂੰ ਸਾਰਿਆਂ ਨੂੰ ਆਪੇ ਹੀ ਪਤਾ ਲੱਗ ਜਾਣਾ ਹੈ ਉਹ ਚੰਗਾ ਹੈ, ਵਧੀਆ ਹੈ, ਉਹ ਲੋਕ ਭਲਾਈ ਦੇ ਕੰਮ ਕਰਦਾ ਹੈ, ਚੰਗੇ ਕੰਮ ਕਰ ਰਿਹਾ। ਮਨੁੱਖ ਦੇ ਕੰਮ ਬੋਲਦੇ, ਮੂੰਹ ਨਾਲ ਬੋਲਣ ਦੀ ਲੋੜ ਨਹੀਂ ਪੈਂਦੀ, ਦੱਸਣ ਦੀ ਲੋੜ ਨਹੀਂ ਪੈਂਦੀ, ਐਡਵਰਟਾਈਜ਼ਮੈਂਟ ਕਰਨ ਦੀ ਲੋੜ ਨਹੀਂ ਪੈਂਦੀ, ਨਾ ਇਸ਼ਤਿਹਾਰ ਲਾਉਣ ਦੀ ਲੋੜ। ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਇਹਨਾਂ ਨੇ ਕਿਹੜੇ ਬੈਨਰ ਲਵਾਏ ਸੀ ਲਿਖ ਲਿਖ ਕੇ। ਟੀਵੀ ਵਿੱਚ ਕਦੋਂ ਖਬਰਾਂ ਦਿੱਤੀਆਂ ਸੀ, ਪਰ ਅਸੀਂ ਸਾਰੇ ਹੀ ਜਾਣਦੇ ਹਾਂ ਭਗਤ ਕਬੀਰ ਜੀ ਨੂੰ, ਭਗਤ ਨਾਮਦੇਵ ਜੀ ਨੂੰ, ਭਗਤ ਰਵਿਦਾਸ ਜੀ ਨੂੰ, ਹੋਰ ਕਿੰਨੇ ਭਗਤ ਹਨ, ਅਸੀਂ ਸਾਰਿਆਂ ਨੂੰ ਜਾਣਦੇ ਹਾਂ। ਸਾਰਿਆਂ ਦੀ ਹਿਸਟਰੀ ਲਿਖੀ ਹੋਈ ਹੈ, ਪ੍ਰਸਿੱਧ। ਕਿਉਂ ਪ੍ਰਸਿੱਧ ਹਨ? ਦੁਨੀਆ ਦੇ ਲੋਕਾਂ ਨੂੰ ਦੁਨੀਆ ਦੇ ਲਈ ਕੁਝ ਕਰਕੇ ਦਿਖਾਇਆ ਹੈ ਉਹਨਾਂ ਨੇ। ਅਸੀਂ ਇਹ ਸੋਚਦੇ ਹਾਂ ਕਿ ਸਾਨੂੰ ਕਰਨਾ ਤਾਂ ਕੁਝ ਵੀ ਨਾ ਪਵੇ ਤੇ ਸਾਡਾ ਨਾਂ ਰੋਸ਼ਨ ਹੋ ਜਾਏ ਸਾਰੀ ਦੁਨੀਆ ਵਿੱਚ। ਕਰਨਾ ਕੁਛ ਨਾ ਪਵੇ। ਭਾਈ ਹਰ ਇੱਕ ਕਾਰਜ ਦੇ ਲਈ ਇੱਕ ਲੰਮੀ ਚੌੜੀ ਸਾਧਨਾ ਕਰਨੀ ਪੈਂਦੀ ਹੈ, ਸਾਧਨਾ ਕਰਨੀ ਪੈਂਦੀ ਹੈ, ਤਾਂ ਕਿਤੇ ਜਾ ਕੇ ਉਸ ਮੁਕਾਮ ਤੇ ਬੰਦਾ ਪਹੁੰਚਦਾ। ਤਾਂ ਗੱਲ ਬਣਦੀ। ਇਹ ਇੱਕ ਦਿਨ ਦੀ ਕਹਾਣੀ ਨਹੀਂ ਹੁੰਦੀ, ਲੰਮੀ ਚੌੜੀ ਰਿਆਜ਼ ਹੁੰਦੀ ਹੈ, ਲੰਮਾ ਚੌੜਾ ਅਭਿਆਸ ਹੁੰਦਾ ਹੈ, ਲੰਮੀ ਚੌੜੀ ਸਾਧਨਾ ਹੁੰਦੀ ਹੈ, ਤਾਂ ਗੱਲ ਬਣਦੀ। ਅੱਗੇ ਸਾਹਿਬ ਜੀ ਨੇ ਫਰਮਾਇਆ ਹੈ, ਕਹਿੰਦੇ ਤਿਸ ਦੇ ਉੱਪਰ ਨਾ ਹੀ ਕੋਏ। ਉਸ परमात्मा ਤੋਂ ਉੱਪਰ ਕੋਈ ਨਹੀਂ ਹੈ, ਉਹ ਸਭ ਤੋਂ ਉੱਪਰ ਹੈ, ਬਾਕੀ ਸਾਰੇ ਥੱਲੇ। ਰੱਬ ਤੋਂ ਉੱਪਰ ਤਾਂ ਕੋਈ ਨਹੀਂ ਹੈ, ਬਾਕੀ ਤਾਂ ਸਾਰੇ ਥੱਲੇ। ਰੱਬ ਤੋਂ ਉੱਚਾ ਕੋਈ ਨਹੀਂ ਹੈ, ਬਾਕੀ ਸਾਰੇ ਨੀਵੇਂ। ਰੱਬ ਤੋਂ ਸ੍ਰੇਸ਼ਟ ਕੋਈ ਨਹੀਂ ਹੈ, ਬਾਕੀ ਸਾਰੇ ਥੱਲੇ। ਜੇਕਰ ਅਸੀਂ ਆਪਣੇ ਨਾਲ ਰੱਬ ਦੀ ਤੁਲਨਾ ਕਰਨ ਲੱਗੀਏ, ਅਸੀਂ ਤਾਂ ਨਾ ਤਿੰਨਾਂ ਵਿੱਚ ਹਾਂ ਨਾ 13 ਵਿੱਚ ਹਾਂ, ਅਸੀਂ ਤਾਂ ਕਿਸੇ ਪਾਸੇ ਹੈ। ਅਸੀਂ ਰੱਬ ਦਾ ਮੁਕਾਬਲਾ ਥੋੜਾ ਕਰ ਸਕਦੇ ਹਾਂ। तिससे ऊपर नाही कोई, कौन डरे डर किसका होए। ਭਾਈ ਜਿਹੜੇ ਰੱਬ ਦੇ ਸੇਵਕ ਹਨ, ਪ੍ਰਮਾਤਮਾ ਦੇ ਸੇਵਕ ਹਨ, ਸਾਹਿਬ ਦੇ ਸੇਵਕ ਹਨ, ਜਿਨ੍ਹਾਂ ਨੂੰ ਮਾਰ ਨਾ ਸਕੇ ਕੋਈ, ਉਹਨਾਂ ਨੂੰ ਕਿਹਦਾ ਡਰ ਹੈ? ਉਹਨਾਂ ਨੂੰ ਕੌਣ ਡਰਾ ਸਕਦਾ ਹੈ? ਕਿਉਂਕਿ ਉਹਨਾਂ ਦਾ ਜਿਹੜਾ ਸਾਹਿਬ ਹੈ ਨਾ, ਉਹ ਸਾਰਿਆਂ ਤੋਂ ਉੱਪਰ ਹੈ। ਕਈ ਵਾਰੀ ਆਪਾਂ ਵੀ ਕਹਿ ਦਿੰਦੇ ਹਾਂ ਬਈ ਸਾਡਾ ਬੰਦਾ ਉੱਪਰ ਬੈਠਾ ਹੈ ਉੱਥੇ,
ਹਾਈ ਕੋਰਟ ਵਿੱਚ ਕਰਾਵਾਂ ਫੋਨ ਹੁਣੇ ਹੀ। ਜਦੋਂ ਇੰਨੀ ਗੱਲ ਕਹੀ ਜਾਂਦੀ ਹੈ ਨਾ, ਅਗਲੇ ਦੀ ਜਦੀ ਹਵਾ ਸਕ ਜਾਂਦੀ ਹੈ, ਸੈਕਟਰੀਏਟ ਤੋਂ ਕਰਾਵਾਂ ਫੋਨ ਹੁਣੇ। ਭਾਈ ਸਾਡਾ ਬੰਦਾ ਉੱਪਰ ਬੈਠਾ ਹੈ ਨਾ, ਸਾਨੂੰ ਕਿੰਨੀ ਧੌਂਸ ਹੁੰਦੀ ਹੈ ਕਿ ਸਾਡਾ ਰਿਸ਼ਤੇਦਾਰ, ਸਾਡਾ ਬੰਦਾ ਉੱਪਰ ਬੈਠਾ ਹੈ। ਤੇ ਭਗਤਾਂ ਨੂੰ ਤਾਂ ਵਿਚਾਰਿਆਂ ਨੂੰ ਧੌਂਸ ਵੀ ਨਹੀਂ ਹੁੰਦੀ, ਉਹਨਾਂ ਦਾ ਸਾਹਿਬ ਤਾਂ ਸਾਰਿਆਂ ਤੋਂ ਉੱਪਰ ਹੈ। ਉਹਨਾਂ ਨੂੰ ਕੌਣ ਡਰਾ ਸਕਦਾ ਹੈ? ਉਹਨਾਂ ਨੂੰ ਕੋਈ ਨਹੀਂ ਡਰਾ ਸਕਦਾ। ਉਹਨਾਂ ਨੂੰ ਆਰੇ ਵੀ ਨਹੀਂ ਡਰਾ ਸਕੇ, ਉਬਲਦੀਆਂ ਦੇਗਾਂ ਵੀ ਨਹੀਂ ਡਰਾ ਸਕੀਆਂ, ਰੰਬੀਆਂ ਵੀ ਨਹੀਂ ਡਰਾ ਸਕੀਆਂ, ਗੋਲੀਆਂ ਵੀ ਨਹੀਂ ਡਰਾ ਸਕੀਆਂ, ਤੋਪਾਂ ਵੀ ਨਹੀਂ ਡਰਾ ਸਕੀਆਂ, ਟੈਂਕ ਵੀ ਨਹੀਂ ਡਰਾ ਸਕੇ, ਬੰਬਾਰਮੈਂਟ ਵੀ ਨਹੀਂ ਡਰਾ ਸਕੀ। ਉਹ ਡਰਨ ਵਾਲੇ ਥੋੜਾ ਹਨ। क्योंकि साहब डाढ़ा है ना, सब तो ऊपर है, क्यों डरना भाई? तिससे ऊपर ना ही कोई, कौन डरे, डर किसका हो। भाई जिन्हां नूं रब दा डर है ना, उन्हां नूं किसी दा डर, वो किस तो डरनगे? फिर सैया भयो कतवाल, अब डर काहेगा। एक जनानी कह लगी, मेरा सैया जिहड़ा है ना, मेरा माल बिठाणेदार लग्या होया है, मैनूं पिंड वालियां तो क्यों डरना है? मैं सैया भयो कतवाल, अब डर काहेगा। इधर जिहदा साहिब डाढ़ा होए, तिसनों मार ना सकै कोई, जिससे ऊपर ना ही कोई, कौन डरे, डर किसका होए। इत्थे तो है कहानी। ये जिहड़ी विचार आपां पढ़ रहे हैं ना गुरबाणी, ये बिलावल राग दे विच श्री गुरु अमरदास जी महाराज जी का शब्द है। इस शब्द के आपां ने हुण तक ना 4 पैरे पढ़े, 4 पढ़े, ते टोटल इहदे पैरे हैं 10 पैरे हैं। बाकी कल नूं सतगुरु जी साडे ते कृपा जरूर करनगे, असीं फेर सतगुरु जी तो इहो जिहे चंगे चंगे प्रवचन सरवण करांगे। वाहिगुरू जी का खालसा, वाहिगुरू।